ਇਹ ਕਹਾਣੀ ਇੱਕ ਐਸੀ ਕੁੜੀ ਦੀ ਹੈ ਜੋ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਸੀ। ਉਸ ਦਾ ਨਾਂ ਸੀ ਰੌਸ਼ਨੀ। ਉਹ ਜਿਸ ਘਰ ਵਿੱਚ ਕੰਮ ਕਰਦੀ ਸੀ, ਉੱਥੋਂ ਦੇ ਲੋਕਾਂ 'ਤੇ ਪੂਰਾ ਧਿਆਨ ਰੱਖਦੀ ਸੀ। ਇੱਕ ਦਿਨ ਦੀ ਗੱਲ ਹੈ, ਜਿਸ ਘਰ ਵਿੱਚ ਉਹ ਕੰਮ ਕਰਦੀ ਸੀ, ਉਸ ਘਰ ਦਾ ਮਾਲਕ ਆਪਣੀ ਘਰਵਾਲੀ ਲਈ ਬਹੁਤ ਸੋਹਣੀ ਡਰੈਸ ਲੈ ਕੇ ਆਇਆ ਤੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਤੂੰ ਪਾ ਕੇ ਵਿਖਾ। ਰੌਸ਼ਨੀ ਵੀ ਉਹਨਾਂ ਨੂੰ ਲੁਕ-ਲੁਕ ਕੇ ਦੇਖ ਰਹੀ ਸੀ ਤੇ ਦਿਲ ਵਿੱਚ ਸੋਚ ਰਹੀ ਸੀ ਕਿ ਕਾਸ਼ ਮੇਰਾ ਵਿਆਹ ਵੀ ਇਹੋ ਜਿਹੇ ਇਨਸਾਨ ਨਾਲ ਹੋਵੇ ਜੋ ਇੰਨਾ ਚੰਗਾ ਤੇ ਪਿਆਰ ਕਰਨ ਵਾਲਾ ਹੋਵੇ। ਰੌਸ਼ਨੀ ਨੂੰ ਉਸਦੀ ਮਾਲਕਣ ਨੇ ਵੇਖ ਲਿਆ ਤਾਂ ਰੌਸ਼ਨੀ ਡਰ ਕੇ ਪਿੱਛੇ ਹੋ ਗਈ ਕਿ ਕਿਤੇ ਮਾਲਕਣ ਮੈਨੂੰ ਗੁੱਸੇ ਨਾ ਹੋਵੇ ਕਿ ਸਾਨੂੰ ਲੁਕ-ਲੁਕ ਕੇ ਕਿਉਂ ਦੇਖ ਰਹੀ ਹੈ। ਰੌਸ਼ਨੀ ਫੇਰ ਆਪਣੇ ਚਲੀ ਗਈ ਤੇ ਸਾਰੀ ਰਾਤ ਸੋਚਦੀ ਰਹੀ ਕਿ ਮਾਲਕਣ ਦੀ ਕਿਸਮਤ ਕਿੰਨੀ ਚੰਗੀ ਹੈ ਤੇ ਸਾਰੇ ਪੈਸੇ ਵਾਲੇ ਕਿੰਨੇ ਖੁਸ਼ ਹੁੰਦੇ ਹਨ ਤੇ ਆਪਣੇ ਆਪ 'ਤੇ ਕਿੰਨਾ ਖਰਚ ਕਰਦੇ ਨੇ ਤੇ ਅਸੀਂ ਹਾਂ ਇੰਨੀ ਮਿਹਨਤ ਕਰਦੇ ਹਾਂ ਤੇ ਜ਼ਰੂਰਤਾਂ ਪੂਰੀਆਂ ਹੀ ਮੁਸ਼ਕਲ ਨਾਲ ਹੁੰਦੀਆਂ ਨੇ ਅਤੇ ਰੀਝਾਂ ਪੂਰੀਆਂ ਹੀ ਨਹੀਂ ਹੁੰਦੀਆਂ। ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਬਿਲਕੁਲ ਹੀ ਸ਼ਾਂਤ ਸੁਭਾਅ ਸੀ, ਕੋਈ ਹੰਕਾਰ ਨਹੀਂ ਸੀ, ਸਭ ਨਾਲ ਪਿਆਰ ਨਾਲ ਗੱਲ ਕਰਦੇ ਸੀ, ਕਦੇ ਕਿਸੇ ਨੂੰ ਗੁੱਸੇ ਨਹੀਂ ਹੁੰਦੇ ਸਨ। ਪਰ ਸਮਾਂ ਬੀਤਣ ਨਾਲ ਰੌਸ਼ਨੀ ਨੂੰ ਆਪਣੇ ਮਾਲਕ ਨਾਲ ਪਿਆਰ ਹੋ ਗਿਆ, ਜਦੋਂ ਕਿ ਉਸ ਦੀ ਉਮਰ ਆਪਣੇ ਮਾਲਕ ਨਾਲੋਂ ਬਹੁਤ ਛੋਟੀ ਸੀ। ਰੌਸ਼ਨੀ ਇਹੀ ਸਭ ਸੋਚਦੀ ਸੌਣ ਗਈ ਤੇ ਉਸਦੀ ਅੱਖ ਸਵੇਰ ਨੂੰ 5 ਵਜੇ ਖੁੱਲ੍ਹੀ ਤੇ ਉਸਨੂੰ ਬਹੁਤ ਭੁੱਖ ਲੱਗੀ ਸੀ ਤੇ ਰਸੋਈ ਵਿੱਚ ਜਾ ਕੇ ਰਾਤ ਦਾ ਪਿਆ ਖਾਣਾ ਖਾਣ ਲੱਗੀ ਤੇ ਫਿਰ ਘਰ ਦਾ ਸਾਰਾ ਕੰਮ ਕਰਨ ਲੱਗੀ। ਹੁਣ ਉਹ ਆਪਣੇ ਮਾਲਕ ਤੇ ਮਾਲਕਣ ਲਈ ਨਾਸ਼ਤਾ ਬਣਾ ਰਹੀ ਸੀ। ਇਹ ਉਸਦਾ ਰੋਜ਼ ਦਾ ਕੰਮ ਸੀ। ਫਿਰ ਜਦੋਂ ਮਾਲਿਕ ਆਪਣੇ ਕੰਮ 'ਤੇ ਚਲੇ ਜਾਂਦੇ, ਫਿਰ ਉਹਨਾਂ ਦਾ ਕਮਰਾ ਸਾਫ਼ ਕਰਦੀ। ਅੱਜ ਜਦੋਂ ਮਾਲਿਕ ਆਪਣੇ ਦਫ਼ਤਰ ਗਏ ਤੇ ਰੌਸ਼ਨੀ ਉਹਨਾਂ ਦੇ ਕਮਰੇ ਵਿੱਚ ਸਫਾਈ ਕਰਨ ਲਈ ਗਈ ਤਾਂ ਉਸਦੀ ਮਾਲਕਣ ਬੋਲੀ ਕਿ ਮੈਂ ਤੈਨੂੰ ਕੱਲ੍ਹ ਦੇਖਿਆ ਸੀ, ਤੂੰ ਸਾਨੂੰ ਲੁਕ-ਲੁਕ ਕੇ ਦੇਖ ਰਹੀ ਸੀ। ਰੌਸ਼ਨੀ ਡਰ ਗਈ। ਮੈਂ ਕੁਝ ਨਾ ਕਿਹਾ। ਮਾਲਕਣ ਕਹਿਣ ਲੱਗੀ, ਚੱਲ ਛੱਡ, ਇੱਕ ਗੱਲ ਦੱਸ, ਤੂੰ ਮੇਰੇ ਘਰਵਾਲੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ? ਪਰ ਪਹਿਲਾਂ ਤਾਂ ਤੂੰ ਤੌਰ ਤਰੀਕੇ ਸਿੱਖ ਲਈ, ਮੈਂ ਸਿਖਾ ਦੇਵਾਂਗੀ। ਰੌਸ਼ਨੀ ਸੋਚ ਵਿੱਚ ਪੈ ਗਈ ਕਿ ਇਹ ਸਭ ਕੀ ਹੋ ਰਿਹਾ ਹੈ। ਫਿਰ ਰੌਸ਼ਨੀ ਨੇ ਕਿਹਾ ਕਿ ਮਾਲਕਣ ਸਾਹਿਬ ਨਹੀਂ ਮੰਨਣਗੇ ਤਾਂ ਮਾਲਕਣ ਨੇ ਕਿਹਾ ਕਿ ਇਹ ਮੇਰਾ ਕੰਮ ਹੈ ਉਹਨਾਂ ਨੂੰ ਮਨਾਉਣਾ। ਰੌਸ਼ਨੀ ਨੇ ਹਾਂ ਕਰ ਦਿੱਤੀ ਕਿਉਂਕਿ ਉਹ ਤਾਂ ਇਹ ਸੁਪਨਾ ਦੇਖਦੀ ਸੀ ਤੇ ਉਹ ਇੰਨੀ ਜਲਦੀ ਪੂਰਾ ਹੋ ਗਿਆ ਸੀ। ਰੌਸ਼ਨੀ ਦੇ ਪੈਰ ਜ਼ਮੀਨ 'ਤੇ ਨਹੀਂ ਸੀ, ਉਸਦੇ ਸੁਪਨੇ ਸੱਚ ਹੋਣ ਲੱਗੇ ਸੀ ਤੇ ਉਸਦੀ ਮਾਲਕਣ ਉਸਨੂੰ ਰੋਜ਼ ਨਵੇਂ-ਨਵੇਂ ਫੈਸ਼ਨ ਸਿਖਾਉਂਦੀ ਤੇ ਨਵੇਂ ਕੱਪੜੇ ਪਾਉਣ ਦਾ ਤਰੀਕਾ, ਗੱਲਬਾਤ ਕਰਨ ਦਾ ਤਰੀਕਾ ਦੱਸਦੀ। ਕਈ ਵਾਰੀ ਰੌਸ਼ਨੀ ਸੋਚਦੀ ਕਿ ਮਾਲਕਣ ਇਹ ਸਭ ਕਿਉਂ ਕਰ ਰਹੀ ਹੈ। ਹੁਣ ਤਾਂ ਘਰ ਵਿੱਚ ਨਵੀਂ ਕੰਮ ਵਾਲੀ ਵੀ ਰੱਖ ਲਈ ਸੀ। ਸਾਹਬ ਨੂੰ ਵੀ ਮਾਲਕਣ ਨੇ ਮਨਾ ਲਿਆ ਸੀ, ਜਦੋਂ ਕਿ ਸਾਹਬ ਤਾਂ ਮਨਾ ਕਰ ਰਹੇ ਸੀ, ਪਰ ਮਾਲਕਣ ਨੇ ਕਿਹਾ ਕਿ ਉਸ ਦਾ ਕੋਈ ਨਹੀਂ, ਉਸ ਨੂੰ ਜ਼ਿੰਦਗੀ ਜਿਉਣ ਦਾ ਹੱਕ ਹੈ। ਏਦਾਂ ਕਰਕੇ ਉਹਨਾਂ ਨੇ ਸਾਹਬ ਨੂੰ ਮਨਾ ਲਿੱਤਾ ਤੇ ਕੁਝ ਦਿਨ ਬਾਅਦ ਸਾਡਾ ਵਿਆਹ ਹੋ ਗਿਆ। ਉਹ ਮੇਰਾ ਬਹੁਤ ਧਿਆਨ ਰੱਖਦੀ, ਮੇਰਾ ਘਰ, ਸਟੇਟਸ ਸਭ ਬਦਲ ਗਿਆ ਸੀ। ਕਦੀ-ਕਦੀ ਮਾਲਕਣ ਤੇ ਸਾਹਬ ਦੀ ਬਹੁਤ ਬਹਿਸ ਹੁੰਦੀ। ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਕੁਝ ਗਲਤ ਚੱਲ ਰਿਹਾ ਹੈ। ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਜਾਂਦੀ ਤਾਂ ਉਹ ਚੁੱਪ ਹੋ ਜਾਂਦੇ। ਇੱਕ ਦਿਨ ਮਾਲਕਣ ਕਿਸੇ ਨਾਲ ਫੋਨ 'ਤੇ ਗੱਲ ਕਰ ਰਹੀ ਸੀ ਕਿ ਤੁਸੀਂ ਚਿੰਤਾ ਨਾ ਕਰੋ, ਤੁਹਾਡਾ ਮਾਲ ਤਿਆਰ ਹੈ। ਜਦੋਂ ਉਹਨਾਂ ਨੇ ਆਪਣੇ ਪਿੱਛੇ ਮੈਨੂੰ ਖੜੇ ਦੇਖਿਆ ਤਾਂ ਉਹਨਾਂ ਦਾ ਰੰਗ ਉੱਡ ਗਿਆ। ਜਦੋਂ ਮੈਂ ਪੁੱਛਿਆ ਤਾਂ ਕਹਿਣ ਲੱਗੀ ਕਿ ਕੁਝ ਨਹੀਂ, ਮੇਰੀ ਸਹੇਲੀ ਨੂੰ ਕੁਝ ਪੈਸੇ ਚਾਹੀਦੇ ਨੇ, ਇਸ ਨਾਲ ਗੱਲ ਕਰ ਰਹੀ ਸੀ। ਮੈਨੂੰ ਸੱਚ ਨਹੀਂ ਆਇਆ, ਪਰ ਫਿਰ ਵੀ ਮੈਂ ਚੁੱਪ ਰਹੀ। ਏਦਾਂ ਹੀ ਦਿਨ ਬੀਤ ਗਏ। ਇੱਕ ਦਿਨ ਮੈਨੂੰ ਮਾਲਕਣ ਨੇ ਕਿਹਾ ਕਿ ਤੈਨੂੰ ਅੱਜ ਤਿਆਰ ਕਰਵਾਉਂਦੀ ਹਾਂ, ਪਾਰਲਰ ਵਾਲੀ ਬੁਲਾਈ ਹੈ। ਮੈਂ ਤਾਂ ਬਹੁਤ ਖੁਸ਼ ਹੋ ਗਈ ਕਿਉਂਕਿ ਮੈਂ ਤਾਂ ਅੱਜ ਤੱਕ ਕਦੀ ਤਿਆਰ ਨਹੀਂ ਹੋਈ ਸੀ। ਮੈਂ ਪਾਰਲਰ ਵਾਲੀ ਦੇ ਅੱਗੇ ਜਾ ਕੇ ਬੈਠ ਗਈ ਤੇ ਉਹ ਮੈਨੂੰ ਦੇਖ ਕੇ ਖੜੀ ਹੋ ਗਈ ਤੇ ਮਾਲਕਣ ਨੂੰ ਕਹਿਣ ਲੱਗੀ, ਇਹ ਤਾਂ ਪਹਿਲਾਂ ਹੀ ਬਹੁਤ ਸੋਹਣੀ ਹੈ, ਇਸ ਨੂੰ ਕੀ ਤਿਆਰ ਕਰਾਂ? ਉਸਨੇ ਇਹ ਵੀ ਕਿਹਾ ਕਿ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਹਾਂ ਕਿ ਇਹ ਮਾਸੂਮ ਹੈ, ਇਸ 'ਤੇ ਜ਼ੁਲਮ ਨਾ ਕਰੋ। ਮੈਂ ਸੁਣ ਕੇ ਡਰ ਗਈ ਕਿ ਭਲਾ ਜ਼ੁਲਮ ਤੋਂ ਕੀ ਭਾਵ ਹੈ। ਡਰ ਗਈ ਤੇ ਮਾਲਕਿਨ ਨੂੰ ਪੁੱਛਿਆ ਕਿ ਇਹ ਕੀ ਕਹਿ ਰਹੀ ਹੈ। ਉਹਨਾਂ ਕਿਹਾ, ਇਹ ਤਾਂ ਫਾਲਤੂ ਬੋਲਦੀ ਹੈ, ਇਸ ਲਈ ਕਹਿ ਰਹੀ ਹੈ ਕਿ ਤੁਸੀਂ ਆਪਣੇ ਘਰਵਾਲੇ 'ਤੇ ਜ਼ੁਲਮ ਨਾ ਕਰੋ। ਪਰ ਮੈਨੂੰ ਕੁਝ ਖਾਸ ਸੱਚ ਨਹੀਂ ਆਇਆ। ਤੇ ਫਿਰ ਜਦੋਂ ਮਾਲਕਣ ਚਲੀ ਗਈ ਤਾਂ ਮੈਂ ਉਸ ਪਾਰਲਰ ਵਾਲੀ ਨੂੰ ਪੁੱਛਿਆ ਕਿ ਤੂੰ ਕੀ ਕਹਿ ਰਹੀ ਸੀ। ਉਸਨੇ ਮੈਨੂੰ ਜੋ ਦੱਸਿਆ ਮੈਂ ਦੰਗ ਰਹਿ ਗਈ ਤੇ ਉੱਥੋਂ ਭੱਜਣ ਲੱਗੀ ਤਾਂ ਮਾਲਕਣ ਨੇ ਮੈਨੂੰ, ਮੈਂ ਇੱਕ ਬਹੁਤ ਗਰੀਬ ਘਰ ਦੀ ਧੀ ਸੀ, ਮਾਂ-ਬਾਪ ਨਾਲ ਸ਼ੁਰੂ ਤੋਂ ਹੀ ਗਰੀਬੀ ਵਿੱਚ ਪਲੀ ਸੀ। ਮੇਰੇ ਮਾਂ-ਬਾਪ ਥੋੜ੍ਹੇ ਸਾਂਵਲੇ ਰੰਗ ਦੇ ਸੀ, ਜਦੋਂ ਕਿ ਮੇਰਾ ਰੰਗ ਸਾਫ਼ ਸੀ। ਕੋਈ ਕਹਿੰਦਾ ਨਹੀਂ ਸੀ ਕਿ ਮੈਂ ਉਹਨਾਂ ਦੀ ਧੀ ਹਾਂ। ਸਭ ਮੇਰੀ ਤਾਰੀਫ਼ ਕਰਦੇ।
ਮੈਨੂੰ ਮੇਰੇ ਮਾਂ-ਬਾਪ ਨੇ ਗਰੀਬੀ ਹੋਣ ਦੇ ਬਾਵਜੂਦ ਵੀ 12ਵੀਂ ਕਰਵਾਈ। ਉਹ ਦੋਨੋਂ ਬਿਮਾਰ ਰਹਿੰਦੇ ਸੀ, ਪਰ ਮੇਰੇ ਪਾਪਾ ਮਜ਼ਦੂਰੀ ਕਰਦੇ ਸੀ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਉਹਨਾਂ ਨੂੰ ਮਿਹਨਤ ਕਰਦੇ ਦੇਖ ਮੈਨੂੰ ਹੁੰਦਾ ਕਿ ਮੈਂ ਵੀ ਪੜ੍ਹਾਈ ਵਿੱਚ ਮਿਹਨਤ ਕਰਦੀ ਤੇ ਇੱਕ ਦਿਨ ਮੇਰੇ ਪਾਪਾ ਸਾਨੂੰ ਛੱਡ ਕੇ ਚਲੇ ਗਏ। ਮੇਰੇ ਪੇਪਰ ਸੀ। ਮੈਂ ਫੇਰ ਵੀ ਪੇਪਰ ਦੇਣ ਜਾਂਦੀ ਕਿ ਪਾਪਾ ਦਾ ਸੁਪਨਾ ਪੂਰਾ ਕਰ ਸਕਾਂ। ਮਾਂ ਵੀ ਬਿਮਾਰ ਰਹਿਣ ਲੱਗੀ, ਉਹਨਾਂ ਦਾ ਕੰਮ ਛੁੱਟ ਗਿਆ। ਘਰ ਵਿੱਚ ਕੋਈ ਵੀ ਨਹੀਂ ਸੀ, ਇਸ ਲਈ ਮੈਂ ਅੱਗੇ ਪੜ੍ਹਾਈ ਦਾ ਖਿਆਲ ਛੱਡ ਕੇ ਮਾਂ ਵਾਲਾ ਕੰਮ ਕਰਨ ਲੱਗੀ। ਲੋਕਾਂ ਦੇ ਘਰ ਵਿੱਚ ਕੰਮ ਕਰਦੀ ਤੇ ਅਸੀਂ ਦੋਨੋਂ ਇੱਜ਼ਤ ਦੀ ਰੋਟੀ ਖਾ ਲੈਂਦੇ। ਇੱਕ ਦਿਨ ਮੇਰੀ ਸਹੇਲੀ ਮੇਰੇ ਕੋਲ ਆਈ, ਕਹਿਣ ਲੱਗੀ, ਇੱਕ ਬਹੁਤ ਵੱਡੀ ਕੋਠੀ ਹੈ, ਉਹਨਾਂ ਨੂੰ ਕੰਮ ਵਾਲੀ ਦੀ ਲੋੜ ਹੈ, ਤੂੰ ਟਰਾਈ ਕਰ ਲੈ, ਬਹੁਤ ਅਮੀਰ ਲੋਕ ਨੇ। ਮੈਂ ਉਸ ਤੋਂ ਘਰ ਦਾ ਪਤਾ ਪੁੱਛਿਆ ਤੇ ਗਈ। ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਕੰਮ ਤੇ ਰੱਖ ਲਓ। ਉਹਨਾਂ ਨੂੰ ਮੇਰੇ ਤੇ ਤਰਸ ਆ ਗਿਆ। ਹੁਣ ਹਰ ਰੋਜ਼ ਉਸ ਕੋਠੀ ਵਿੱਚ ਮੈਂ ਜਾਂਦੀ ਤੇ ਕੀਮਤੀ ਚੀਜ਼ਾਂ ਚੋਰੀ ਕਰ ਲੈਂਦੀ। ਮੇਰੀ ਮਾਂ ਮੈਨੂੰ ਇਸ ਕੰਮ ਲਈ ਬਹੁਤ ਗੁੱਸੇ ਹੁੰਦੀ, ਪਰ ਮੈਨੂੰ ਆਦਤ ਪੈ ਗਈ ਸੀ। ਫਿਰ ਮਾਂ ਬਿਮਾਰ ਰਹਿਣ ਲੱਗੀ ਤੇ ਮੈਨੂੰ ਛੱਡ ਕੇ ਚਲੀ ਗਈ। ਮੇਰਾ ਹੁਣ ਦਿਲ ਨਾ ਲੱਗਦਾ, ਘਰ ਆਉਣ ਨੂੰ ਦਿਲ ਕਰਦਾ। ਮੈਂ ਆਪਣੀ ਮਾਲਕਣ ਨੂੰ ਕਿਹਾ ਕਿ ਮੈਨੂੰ ਇੱਥੇ ਹੀ ਰੱਖ ਲਵੋ, ਮੇਰਾ ਕੋਈ ਨਹੀਂ ਹੈ, ਮੈਂ ਸਾਰਾ ਕੰਮ ਕਰ ਦਿਆ ਕਰੂੰ। ਫਿਰ ਉਹ ਮੰਨ ਗਈ। ਮੈਂ ਉਹਨਾਂ ਕੋਲ ਹੀ ਰਹਿਣ ਲੱਗੀ, ਸਾਰਾ ਕੰਮ ਕਰਦੀ। ਮੇਰੀ ਮਾਲਕਣ ਤੇ ਉਹਨਾਂ ਦਾ ਘਰ ਵਾਲਾ ਬਹੁਤ ਚੰਗੇ ਸੀ, ਮੇਰਾ ਬਹੁਤ ਧਿਆਨ ਰੱਖਦੇ ਸੀ। ਸਾਹਿਬ ਮੇਰੀ ਮਾਲਕਣ ਨੂੰ ਗਿਫਟ ਲਿਆ ਕੇ ਦਿੰਦੇ। ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਇਹ ਰੋਜ਼ ਹੀ ਚੱਲਦਾ ਸੀ। ਪਰ ਹੁਣ ਮੈਨੂੰ ਮਾਲਕਣ ਤੇ ਜਲਨ ਹੋਣ ਲੱਗੀ ਕਿ ਇਹਨਾਂ ਦਾ ਘਰ ਵਾਲਾ ਇਹਨਾਂ ਨੂੰ ਕਿੰਨੇ ਗਿਫਟ ਦਿੰਦਾ। ਮੈਂ ਵੀ ਕਦੀ-ਕਦੀ ਕੋਈ ਕੀਮਤੀ ਸਮਾਨ ਚੁੱਕ ਕੇ ਆਪਣੇ ਬੈਗ ਵਿੱਚ ਰੱਖ ਲੈਂਦੀ। ਉਹਨਾਂ ਦੇ ਘਰ ਇੰਨਾ ਸਮਾਨ ਸੀ ਕਿ ਇੱਕ ਦੋ ਚੀਜ਼ਾਂ ਇੱਧਰ-ਉੱਧਰ ਹੋ ਜਾਣ, ਉਹਨਾਂ ਨੂੰ ਪਤਾ ਨਹੀਂ ਸੀ ਚੱਲਣਾ। ਇੱਕ ਦਿਨ ਮੇਰੀ ਨਜ਼ਰ ਮਾਲਕਣ ਦੀ ਸਭ ਤੋਂ ਕੀਮਤੀ ਚੀਜ਼ ਤੇ ਪਈ। ਉਹ ਸੀ ਉਹਨਾਂ ਦਾ ਘਰ ਵਾਲਾ। ਹੁਣ ਮੈਂ ਕਿਸੇ ਤਰ੍ਹਾਂ ਉਹਨਾਂ ਨੂੰ ਹਾਸਲ ਕਰਨਾ ਚਾਹੁੰਦੀ ਸੀ। ਇੱਕ ਦਿਨ ਮਾਲਕਣ ਨੇ ਮੇਰਾ ਤੇ ਆਪਣੇ ਘਰ ਵਾਲੇ ਦਾ ਵਿਆਹ ਕਰਵਾ ਦਿੱਤਾ। ਮੈਂ ਬਹੁਤ ਖੁਸ਼ ਸੀ ਤੇ ਮੈਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਸੀ। ਮੇਰਾ ਬਹੁਤ ਧਿਆਨ ਰੱਖਦੀ ਸੀ। ਇੱਕ ਦਿਨ ਪਾਰਲਰ ਵਾਲੀ ਘਰ ਬੁਲਾਈ ਤੇ ਮੈਨੂੰ ਤਿਆਰ ਕਰਨ ਲਈ ਕਿਹਾ। ਮੈਂ ਤਾਂ ਬਹੁਤ ਖੁਸ਼ ਸੀ, ਪਰ ਪਾਰਲਰ ਵਾਲੀ ਕੁੜੀ ਨੇ ਮਾਲਕਣ ਨੂੰ ਕਿਹਾ ਕਿ ਇਸ ਮਾਸੂਮ ਤੇ ਜ਼ੁਲਮ ਨਾ ਕਰੋ। ਮੈਂ ਡਰ ਗਈ। ਜਦੋਂ ਮਾਲਕਿਨ ਗਈ ਤਾਂ ਮੈਂ ਉਸ ਤੋਂ ਪੁੱਛਿਆ ਕਿ ਤੂੰ ਕੀ ਕਹਿ ਰਹੀ ਸੀ, ਜ਼ੁਲਮ ਤੋਂ ਕੀ ਭਾਵ ਹੈ? ਉਸਨੇ ਮੈਨੂੰ ਦੱਸਿਆ ਕਿ ਤੈਨੂੰ ਤਿਆਰ ਕਰਾ ਕੇ ਕੋਠੇ ਤੇ ਵੇਚ ਦੇਣਗੇ। ਮੈਂ ਡਰ ਗਈ ਤੇ ਉੱਥੋਂ ਭੱਜਣ ਲੱਗੀ, ਪਰ ਉਹਨਾਂ ਫੜ ਲਿਆ ਤੇ ਉਸ ਕੁੜੀ ਨੂੰ ਬੁਰਾ ਭਲਾ ਕਹਿ ਰਹੇ ਸਨ ਤੇ ਕਹਿਣ ਲੱਗੀ ਕਿ ਤੈਨੂੰ ਇੱਥੇ ਤੱਕ ਲੈ ਕੇ ਆਈ ਹਾਂ ਤੇ ਤੂੰ ਭੱਜ ਰਹੀ ਹੈ। ਤੇ ਫਿਰ ਸਾਹਿਬ, ਜੋ ਕਿ ਉਸਦਾ ਘਰ ਵਾਲਾ ਸੀ, ਉਸ ਨੂੰ ਬੁਲਾ ਕੇ ਕਹਿਣ ਲੱਗੀ, ਇਸਦੇ ਪਰ ਲੱਗ ਗਏ ਜੋ ਕੱਟਣੇ ਪੈਣੇ ਨੇ। ਉਹ ਕਹਿਣ ਲੱਗੀ, ਅਸੀਂ ਮੀਆਂ ਬੀਬੀ ਨਹੀਂ, ਤੇਰੇ ਵਰਗੀਆਂ ਕੁੜੀਆਂ ਨੂੰ ਫਸਾ ਕੇ ਤੁਹਾਡੀ ਤੇ ਆਪਣੀ ਜ਼ਿੰਦਗੀ ਬਣਾਉਂਦੇ ਹਾਂ। ਮੈਂ ਕਿਹਾ, ਉਹ ਵਿਆਹ? ਤੇ ਉਹ ਹੱਸਣ ਲੱਗੇ। ਇੱਥੇ ਹਰ ਮਹੀਨੇ ਨਵੀਂ ਕੁੜੀ ਆਉਂਦੀ ਹੈ, ਸਭ ਨਾਲ ਵਿਆਹ ਕਰਵਾ ਲਈਏ? ਅਸੀਂ ਤਾਂ ਪਾਰਟਨਰ ਹਾਂ, ਸਾਡਾ ਇਹੀ ਕੰਮ ਹੈ। ਮੈਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਅਮੀਰੀ ਦੇ ਲਾਲਚ ਵਿੱਚ ਮੈਂ ਕਿੱਥੇ ਫਸ ਗਈ। ਫਿਰ ਉਹਨਾਂ ਨੇ ਮੈਨੂੰ ਤੇ ਉਸ ਕੁੜੀ ਨੂੰ ਗੱਡੀ ਵਿੱਚ ਬਿਠਾਇਆ ਤੇ ਚੱਲ ਪਏ। ਅਸੀਂ ਰੌਲਾ ਪਾਇਆ ਕਿ ਸਾਨੂੰ ਛੱਡ ਦਿਓ, ਪਰ ਉਹਨਾਂ ਇੱਕ ਨਾ ਸੁਣੀ। ਫਿਰ ਗੱਡੀ ਇੱਕ ਬਹੁਤ ਵੱਡੇ ਬੰਗਲੇ ਦੇ ਬਾਹਰ ਜਾ ਕੇ ਰੁਕੀ। ਬਹੁਤ ਹੀ ਰੌਸ਼ਨੀ ਸੀ। ਮੈਂ ਉਸ ਪਾਰਲਰ ਵਾਲੀ ਕੁੜੀ ਨੂੰ ਕਿਹਾ ਕਿ ਤੂੰ ਕੁਝ ਕਿਉਂ ਨਹੀਂ ਬੋਲ ਰਹੀ? ਸਾਨੂੰ ਕੁਝ ਲੋਕ ਉੱਪਰ ਲੈ ਗਏ। ਗਾਣੇ ਦੀ ਆਵਾਜ਼ ਆ ਰਹੀ ਸੀ। ਉਸਨੇ ਮੈਨੂੰ ਕਿਹਾ ਕਿ ਕੁਝ ਸਾਲ ਪਹਿਲਾਂ ਮੈਂ ਆਪਣੀ ਸਹੇਲੀ ਨੂੰ ਪੈਸੇ ਦੇ ਲਾਲਚ ਵਿੱਚ ਇੱਥੇ ਵੇਚ ਦਿੱਤਾ ਸੀ। ਇਹ ਉਸ ਦੀ ਬਦਦੁਆ ਹੈ ਜੋ ਮੈਨੂੰ ਲੱਗੀ ਹੈ। ਤਾਂ ਮੈਂ ਕਿਹਾ ਕਿ ਦੋਸਤ ਇੱਦਾਂ ਦੀ ਹੁੰਦੀ ਹੈ? ਮੇਰੀ ਦੋਸਤ ਨੇ ਵੀ ਮੈਨੂੰ ਇੱਥੇ ਕੰਮ ਲਾਇਆ ਸੀ, ਉਸ ਨੂੰ ਸਾਰਾ ਪਤਾ ਹੋਣਾ। ਮੇਰੇ ਹੰਝੂ ਨਹੀਂ ਰੁਕ ਰਹੇ ਸੀ। ਸਾਡੇ ਕੋਲ ਕੁਝ ਲੋਕ ਆਏ ਤੇ ਡਰ ਗਏ। ਬਸ ਇੱਕ ਗੱਲ ਕਹਿ ਰਹੇ ਸੀ ਕਿ ਮੈਨੂੰ ਜਾਣ ਦਿਓ। ਉਹ ਕਹਿਣ ਲੱਗੇ ਕਿ ਇਹ ਬੜੇ ਸਾਹਿਬ ਆਪਾਂ ਨੂੰ ਮਾਰ ਦੇਣਗੇ। ਮੈਨੂੰ ਕਹਿਣ ਲੱਗੇ, ਤੂੰ ਵੱਡੇ ਸਾਹਿਬ ਦੀ ਕੁੜੀ ਹੈ? ਮੈਂ ਕਿਹਾ, ਮੈਨੂੰ ਜਾਣ ਦਿਓ, ਮੈਨੂੰ ਨਹੀਂ ਪਤਾ, ਅਸੀਂ ਤੁਹਾਨੂੰ ਉੱਥੇ ਛੱਡ ਦੇਵਾਂਗੇ। ਪਰ ਮੈਂ ਕਿਹਾ ਕਿ ਮੇਰੇ ਪਾਪਾ ਮਰ ਗਏ ਨੇ। ਮੈਨੂੰ ਇਹੋ ਡਰ ਸੀ ਕਿ ਇਹ ਮੈਨੂੰ ਹੁਣ ਕਿਸੇ ਹੋਰ ਕੋਲ ਵੇਚ ਦੇਣਗੇ। ਸਵੇਰ ਮੈਨੂੰ ਇੱਕ ਬਹੁਤ ਵੱਡੇ ਘਰ ਲੈ ਕੇ ਗਏ। ਉੱਥੇ ਇੱਕ ਅਧੇੜ ਉਮਰ ਦਾ ਬੰਦਾ ਸੀ ਜੋ ਮੈਨੂੰ ਦੇਖ ਕੇ ਕਹਿ ਰਿਹਾ ਸੀ ਕਿ ਤੂੰ ਕਿੱਥੇ ਚਲੀ ਗਈ ਸੀ, ਆਪਣੇ ਪਾਪਾ ਨੂੰ ਮਾਫ਼ ਕਰ ਦੇ। ਪਰ ਮੈਂ ਕਿਹਾ ਕਿ ਮੈਂ ਤੁਹਾਡੀ ਬੇਟੀ ਨਹੀਂ ਹਾਂ। ਫਿਰ ਵੀ ਉਹ ਮੈਨੂੰ ਆਪਣੀ ਬੇਟੀ ਕਹਿ ਰਹੇ ਸੀ। ਮੈਂ ਵੀ ਉਹਨਾਂ ਨੂੰ ਇੱਕ ਨੇਕ ਇਨਸਾਨ ਮੰਨ ਕੇ ਗਲੇ ਲੱਗ ਗਈ ਤੇ ਉਹ ਮੈਨੂੰ ਚੁੱਪ ਕਰਵਾ ਰਹੇ ਸੀ। ਮੈਨੂੰ ਉੱਥੇ 2 ਦਿਨ ਹੋ ਗਏ ਸੀ। ਇੱਕ ਦਿਨ ਮੈਨੂੰ ਬਾਹਰ ਤੋਂ ਆਵਾਜ਼ ਆਈ। ਇੱਕ ਕੁੜੀ ਬਿਲਕੁਲ ਮੇਰੀ ਸ਼ਕਲ ਦੀ ਆ ਰਹੀ ਸੀ। ਮੈਂ ਉਸਨੂੰ ਦੇਖ ਕੇ ਸਮਝ ਗਈ ਕਿ ਇਹਨਾਂ ਦੀ ਬੇਟੀ ਹੈ। ਕਿਤੇ ਮੈਨੂੰ ਇਹ ਚੋਰ ਨਾ ਸਮਝ ਲੈਣ ਕਿ ਇੱਥੇ ਹਮਸ਼ਕਲ ਹੋਣ ਦਾ ਫਾਇਦਾ ਉਠਾ ਰਹੀ ਹੈ। ਮੈਂ ਚੁੱਪਚਾਪ ਉੱਥੋਂ ਉਸੇ ਕੋਠੇ ਤੇ ਵਾਪਸ ਆ ਗਈ।
ਸਾਰੇ ਮੈਨੂੰ ਕਹਿਣ ਲੱਗੇ, ਤੂੰ ਕਿਉਂ ਆ ਗਈ? ਤੇਰਾ ਬਾਪ ਸਾਨੂੰ ਮਾਰ ਦੇਵੇਗਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਉਸਦੀ ਕੁੜੀ ਨਹੀਂ ਹਾਂ। ਫਿਰ ਮੈਂ ਰੋਣ ਲੱਗੀ, ਪੂਰੀ ਰਾਤ ਰੋਂਦੀ ਰਹੀ। ਅਗਲੀ ਸਵੇਰ ਬਹੁਤ ਰੌਲਾ ਪੈ ਗਿਆ। ਮੈਂ ਬਾਹਰ ਜਾ ਕੇ ਦੇਖਿਆ, ਬਾਹਰ ਪੁਲਿਸ ਸੀ ਤੇ ਕੋਠਾ ਖਾਲੀ ਕਰਵਾ ਰਹੀ ਸੀ ਤੇ ਉਹ ਸਾਹਬ ਵੀ ਨਾਲ ਸੀ। ਸਭ ਮੇਰੇ ਵੱਲ ਘੂਰ-ਘੂਰ ਕੇ ਦੇਖ ਰਹੇ ਸੀ ਕਿ ਇਸ ਨੇ ਹੀ ਕੁਝ ਕੀਤਾ ਹੈ। ਅਤੇ ਫਿਰ ਉਹ ਸਾਹਬ ਕੋਲ ਆਏ ਤੇ ਬੋਲੇ, ਬੇਟਾ ਤੂੰ ਕਿੱਥੇ ਚਲੀ ਗਈ ਸੀ? ਮੈਂ ਪੂਰੀ ਰਾਤ ਤੈਨੂੰ ਲੱਭ ਰਿਹਾ ਸੀ। ਫਿਰ ਉਹ ਮੈਨੂੰ ਘਰ ਲੈ ਕੇ ਗਏ ਤੇ ਘਰ ਵਿੱਚ ਉਹ ਕੁੜੀ ਵੀ ਸੀ ਜਿਸ ਦੀ ਸ਼ਕਲ ਮੇਰੇ ਵਰਗੀ ਸੀ। ਮੈਂ ਉੱਥੇ ਜਾ ਕੇ ਬੈਠੀ ਤਾਂ ਮੇਰੇ ਹੱਥ ਵਿੱਚ ਇੱਕ ਫੋਟੋ ਦਿੱਤੀ ਜਿਸ ਵਿੱਚ ਸਾਹਬ ਤੇ ਉਹਨਾਂ ਦੀ ਘਰਵਾਲੀ ਤੇ 2 ਕੁੜੀਆਂ ਸੀ। ਉਹ ਅਸੀਂ ਦੋਨੋਂ ਸੀ। ਸਾਹਬ ਨੇ ਦੱਸਿਆ ਕਿ ਤੁਸੀਂ ਜੁੜਵਾ ਭੈਣਾਂ ਹੋ। ਤੁਹਾਡੀ ਮਾਂ ਬਿਮਾਰ ਸੀ ਅਤੇ ਮੈਂ ਇੱਕ ਨੌਕਰਾਣੀ ਰੱਖ ਲਈ। ਉਸ 'ਤੇ ਭਰੋਸਾ ਕੀਤਾ ਤੇ ਉਹ ਤੈਨੂੰ ਚੁੱਕ ਕੇ ਲੈ ਗਈ। ਮੈਂ ਬਹੁਤ ਭਾਲ ਕੀਤੀ ਪਰ ਤੂੰ ਨਾ ਮਿਲੀ। ਹੁਣ ਮਿਲੀ ਹੈ। ਮੈਂ ਲਗਾਤਾਰ ਰੋ ਰਹੀ ਸੀ। ਮੈਂ ਜੋ ਵੀ ਮੇਰੇ ਨਾਲ ਹੋਇਆ ਉਹਨਾਂ ਨੂੰ ਸਭ ਦੱਸਿਆ। ਫਿਰ ਅਸੀਂ ਤਿੰਨੇ ਜਾਣੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਹਾਂਜੀ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ? ਜੇਕਰ ਕਹਾਣੀ ਚੰਗੀ ਲੱਗੀ ਤਾਂ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਜੀ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਪੇਂਡੂ ਵਿਰਸਾ ਕਹਾਣੀਆਂ ਨੂੰ ਸਪੋਰਟ ਕਰੋ ਤੇ ਆਪਣਾ ਤੇ ਆਪਣਿਆਂ ਦਾ ਧਿਆਨ ਰੱਖੋ। ਫਿਰ ਮਿਲਾਂਗੇ ਇੱਕ ਸੋਹਣੀ ਜਿਹੀ ਕਹਾਣੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।